ਡਿਫਰੈਂਸ ਬਿਟਵੀਨ ਆਥੋਰਾਈਜ਼ ਪੇਡ ਰਿਪਰੈਜ਼ੈਂਟੇਟਿਵ ਪੋਰਟਲ ਤੇ ਜੀਸੀ ਕੀ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਇਸ ਵੀਡੀਓ ਨੂੰ ਦੇਖਣਗੀਆਂ, ਬਹੁਤ ਸਾਰੇ ਪਰਿਵਾਰ ਇਸ ਵੀਡੀਓ ਨੂੰ ਦੇਖਣਗੇ। ਠੀਕ ਹੈ, ਇਹਦੇ ਵਿੱਚੋਂ ਇੱਕ ਡਿਸੀਜਨ ਲੈਣਾ ਬਹੁਤ ਔਖਾ ਹੋ ਜਾਂਦਾ ਕਿ RCIC ਦਾ ਪੋਰਟਲ ਕੀ ਹੁੰਦਾ, ਉਹਦੀਆਂ ਲਾਇਬਿਲਿਟੀਜ਼ ਕੀ ਹੁੰਦੀਆਂ ਇੱਕ ਫਾਈਲ ਦੇ ਪ੍ਰਤੀ, ਇੱਕ ਕਲਾਇੰਟ ਨੂੰ ਰੀਪ੍ਰਜੈਂਟ ਕਰਨ ਦੇ ਪ੍ਰਤੀ। ਉਹਦੇ ਬਾਰੇ ਆਪਾਂ ਹੁਣ ਗੱਲ ਕਰਾਂਗੇ। ਤੇ ਬਾਈ ਜੀ ਮਾੜਾ ਜਿਹਾ ਦਿਖਾਓ ਪਹਿਲਾਂ ਜਿਹੜਾ RCIC ਦਾ ਪੋਰਟਲ ਹੁੰਦਾ, ਠੀਕ ਹੈ, ਉਹਦੇ ਬਾਰੇ ਮੈਂ ਜੀ। ਇਹਦੇ ਚ ਨਾ ਸਿਮਰ ਇਹ ਮੈਂ ਗੱਲ ਕਰਨੀ ਵੀ ਚਾਹੁੰਦਾ ਸੀ, ਕਿਉਂਕਿ ਮੈਨੂੰ ਲੱਗਦਾ ਵੀ ਹਰੇਕ 2 ਹਫ਼ਤਿਆਂ ਬਾਅਦ 3 ਹਫ਼ਤਿਆਂ ਬਾਅਦ ਕਿਸੇ ਨਾ ਕਿਸੇ ਦਾ ਮੈਸੇਜ ਫੇਰ ਆਇਆ ਹੁੰਦਾ। ਆਪਾਂ ਫਾਈਲ ਲਾਤੀ ਵੀ ਬਾਈ ਜੀ ਤੁਸੀਂ ਸਾਨੂੰ GC ਕੀ ਦਿਓਗੇ। ਫਿਰ ਮੈਨੂੰ ਉਹਨਾਂ ਨੂੰ ਸਮਝਾਉਣਾ ਪੈਂਦਾ ਵੀ ਨਹੀਂ, ਮੈਂ GC ਕੀ ਨਹੀਂ ਦੇ ਸਕਦਾ ਕਿਉਂਕਿ ਮੈਂ GC ਕੀ ਬਣਾਈ ਹੋਈ ਨਹੀਂ। ਫਿਰ ਉਹ ਕਹਿੰਦੇ ਵੀ ਤੁਸੀਂ ਫਾਈਲ ਕਿਵੇਂ ਲਾਤੀ। ਸੋ ਮੈਂ ਤੁਹਾਨੂੰ ਦਿਖਾਉਣਾ ਆਪਣਾ ਇਹ ਸ਼ੇਅਰ ਸਕਰੀਨ ਦੀ ਉੱਧਰ ਕਰ ਦਿਓ ਮਾੜੀ ਜਿਹੀ। ਹਾਂਜੀ ਹੈਗੇ, ਆ ਗਿਆ ਜੀ, ਆ ਗਿਆ। ਸੋ ਇਹ ਦੇਖੋ ਜੀ, ਜਿਵੇਂ ਤੁਸੀਂ GC ਕੀ ਚ ਲੌਗਇਨ ਕਰਦੇ ਹੋ ਨਾ, ਤਾਂ ਮੇਰੇ ਕੋਲ ਇੱਕੋ ਹੀ GC ਕੀ ਆ ਜਿਹਨੂੰ APR ਕਹਿੰਦੇ ਨੇ। ਇਹਨੂੰ ਕਹਿੰਦੇ ਨੇ ਆਥੋਰਾਈਜ਼ਡ ਪੇਡ ਰਿਪਰੈਜ਼ੈਂਟੇਟਿਵ। ਉਹ ਮੇਰੀ ਇੱਕੋ ਹੀ ਕੀ ਆ। ਉਹਦੇ ਵਿੱਚ ਹੀ ਜਿੰਨੀਆਂ ਮੈਂ ਫਾਈਲਾਂ ਲਾਉਣਾ ਆ, ਉਹ ਜਿੰਦੇ ਤੋਂ ਮੈਂ ਕੰਮ ਸ਼ੁਰੂ ਕੀਤਾ ਹੈ, ਉਹ ਸਾਰੀ ਫਾਈਲ ਉਹਦੇ 'ਚ ਹੀ ਪਈ ਆ। ਉਹਦੇ 'ਚ PR ਦੀਆਂ ਫਾਈਲਾਂ ਵੀ ਨੇ, ਉਹਦੇ 'ਚ ਸਟੱਡੀ ਪਰਮਿਟ ਵੀ ਨੇ, ਉਹਦੇ 'ਚ ਵਿਜ਼ਟਰ ਵੀਜ਼ੇ ਵੀ ਨੇ, ਸੁਪਰ ਵੀਜ਼ੇ ਵੀ ਨੇ, ਉਹਦੇ 'ਚ ਹੀ ਵਰਕ ਪਰਮਿਟ ਨੇ, ਉਹਦੇ 'ਚ ਹੀ ਸਪਾਊਸਲ ਓਪਨ ਵਰਕ ਪਰਮਿਟ ਨੇ। ਸੋ ਇੱਕੋ ਹੀ ਕੀ ਆ, ਤੇ ਇਹ ਸਿਰਫ ਉਹਨਾਂ ਨੂੰ ਹੀ ਮਿਲਦੀ ਆ ਜਿਹੜੇ ਰਜਿਸਟਰਡ ਨੇ। ਇਹ ਕਿਸੇ ਹੋਰ ਨੂੰ ਨਹੀਂ ਮਿਲ ਸਕਦੀ। ਇਹ ਪੰਜਾਬ ਵਾਲੇ ਕਿਸੇ ਬੰਦੇ ਕੋਲੇ ਨਹੀਂ ਹੁੰਦੀ। ਉਹ ਤੁਹਾਡੀ ਬਾਈ ਜੀ ਇੱਥੇ ਮੈਂ ਰੋਕਣਾ ਚਾਹੂੰਗਾ ਕਿ ਫਰਕ ਵੀ ਦੱਸ ਦਿਓ ਵੀ ਇਹਦੇ ਵਿੱਚ ਫਰਕ ਕੀ ਹੈ। ਮੈਂ ਫਰਕ ਤੇ ਗਿਆ ਸੀ ਜੀ। ਦੇਖੋ ਫਰਕ ਸਭ ਤੋਂ ਪਹਿਲਾਂ ਤਾਂ ਜਿਹੜਾ ਵੱਡਾ ਫਰਕ ਹੈ, ਸਪੈਸ਼ਲੀ ਜਿਹੜਾ ਆਪਾਂ ਕਹੀਏ ਵੀ ਸਪਾਊਸਲ ਓਪਨ ਵਰਕ ਪਰਮਿਟ ਦੇ ਵਿੱਚ ਫਰਕ ਜਿਹੜਾ ਬਹੁਤ ਮੈਟਰ ਕਰਦਾ, ਉਹ ਹੈਗਾ ਵੀ GC ਕੀ ਦੇ ਵਿੱਚ ਤੁਸੀਂ ਭੇਜ ਕੀ ਸਕਦੇ ਹੋ। ਹੁਣ GC ਕੀ ਹੈ ਜਿਹੜੀ, ਉਹਦੀ ਇੱਕ ਲਿਮਿਟੇਸ਼ਨ ਆ। ਅੱਛਾ, ਲਿਮਿਟੇਸ਼ਨ ਇਸ ਕਰਕੇ ਆ ਵੀ ਉਹਦੇ 'ਚ ਵੀ ਜਿਹੜੇ ਜਦੋਂ ਤੁਸੀਂ ਆਨਸਰ ਦੇ ਤੇ ਕੁਛ ਕੁਐਸਚਨ ਦੇ ਤੁਸੀਂ ਅੱਗੇ ਜਾਂਦੇ ਹੋ, ਤਾਂ ਤੁਹਾਡੇ ਕੋਲ ਉਹੀ ਲਿਮਿਟਡ 5-7 ਖਾਨੇ ਹੁੰਦੇ ਆ, ਉਹਨਾਂ 'ਚ ਹੀ ਤੁਸੀਂ ਸਾਰਾ ਕੁਝ ਭੇਜਣਾ ਹੁੰਦਾ। ਬਟ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਇਹ ਜਦੋਂ ਮੈਂ ਆਪਣੀ ਮਤਲਬ APR ਖੋਲਦਾ ਤਾਂ ਆਹ ਪੇਜ ਮੈਨੂੰ ਆਉਂਦਾ। ਮੈਂ ਇਹਦੇ ਤੇ ਪਹਿਲਾਂ ਪਾਇਆ ਸੀ ਕਿ ਮੈਂ ਕਿਸੇ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦਾ। ਸੋ ਹੁਣ ਵਰਕ ਪਰਮਿਟ ਜਦੋਂ ਇਹ ਅਪਲਾਈ ਕਰਨ ਦੀ ਗੱਲ ਆਈ, ਤਾਂ ਇਹਨਾਂ ਨੇ ਮੈਨੂੰ ਆਹ ਕੁਛ ਫਾਰਮ ਤਾਂ ਮੈਨੂੰ ਆਲਰੇਡੀ ਦੇਤੇ। GC ਕੀ ਦੇ ਵਿੱਚ ਉਹ ਸਿਰਫ ਐਵੇਂ ਫਾਰਮ ਬਣੇ ਆਉਣਗੇ। ਹਾਂਜੀ ਉਹਦੇ 'ਚ ਤੁਸੀਂ ਸਿਲੈਕਟ ਨਹੀਂ ਕਰ ਸਕਦੇ ਕੁਛ। ਸੋ ਇਹਦੇ 'ਚ ਕੀ ਆ ਕਿ ਹੁਣ ਜਿਵੇਂ ਇਹਨੇ ਮੈਨੂੰ ਐਪਲੀਕੇਸ਼ਨ ਦੇਤਾ ਵੀ ਯੂਜ਼ ਆਫ ਰਿਪਰੈਜ਼ੈਂਟੇਟਿਵ ਦੇਤਾ, ਪਾਸਪੋਰਟ ਵਾਸਤੇ ਜਗ੍ਹਾ ਦੇਤੀ, ਡਿਜੀਟਲ ਵਾਸਤੇ ਫੋਟੋ ਵਾਸਤੇ ਦੇਤੀ, ਕਸਟਡੀ ਡਾਕੂਮੈਂਟ ਵਾਸਤੇ ਦੇਤੀ। ਇਹ ਤਾਂ ਹੋ ਗਿਆ ਡਨ। ਬਟ ਉਹ ਤੋਂ ਬਾਅਦ ਇਹ ਮੈਨੂੰ ਆਪਸ਼ਨ ਦਿੰਦੇ ਆ ਕਿ ਮੈਂ ਸਿਲੈਕਟ ਕਰ ਸਕਦਾ 4-4 MB ਦੀਆਂ ਜਿੰਨੀਆਂ ਮੈਂ ਫਾਈਲਾਂ ਚਾਹਾਂ। ਇਹ ਦੇਖੋ ਜੀ, ਮੈਂ ਤੁਹਾਡੇ ਤੱਕ ਦਿਖਾ ਦਿੰਦਾ। ਮੈਂ ਫਿਰ ਇਹਨਾਂ ਨੂੰ ਬਾਅਦ 'ਚ ਡਿਟੇਲ 'ਚ ਵੀ ਦੱਸਦਾ। ਹੁਣ ਮੰਨ ਲਓ ਵੀ ਆਪਾਂ ਕਿਸੇ ਦੀ ਫਾਈਲ ਲਾ ਰਹੇ ਹਾਂ ਸਪਾਊਸਲ ਓਪਨ ਵਰਕ ਪਰਮਿਟ ਦੀ। ਹੁਣ ਆਹ ਕਲਾਇੰਟ ਇਨਫੋਰਮੇਸ਼ਨ ਵਾਲਾ ਖਾਨਾ, ਇਹ 4 MB ਦੀ ਉਹਨਾਂ ਨੇ ਆਪਾਂ ਨੂੰ ਫਾਈਲ ਦਿੱਤੀ। ਹੁਣ 4 MB ਦੇ ਵਿੱਚ ਇਹਦੇ 'ਚ ਆਪਾਂ ਕਲਾਇੰਟ ਬਾਰੇ ਜੋ ਮਰਜ਼ੀ ਭੇਜ ਸਕਦੇ ਹਾਂ। ਠੀਕ ਆ ਜੀ। ਫਿਰ CV ਰੈਜ਼ੂਮੇ ਦਾ ਅੱਡ ਆ। ਆਪਾਂ ਉਹਦੇ 'ਚ ਕਲਾਇੰਟ ਉਹਦੇ 'ਚ ਬਾਕੀ ਚੀਜ਼ਾਂ ਦੇਖੀਆਂ, ਬਟ ਉਹਦਾ CV ਆਪਾਂ ਅੱਡ ਭੇਜਿਆ। ਠੀਕ ਹੈ ਜੀ। ਇਹਦੇ 'ਚ CV ਵਾਲੇ ਦੇ ਵਿੱਚ ਆਪਾਂ ਮਤਲਬ ਹੋਰ ਐਕਸਟਰਾ ਚੀਜ਼ਾਂ ਵੀ ਦੱਸ ਸਕਦੇ ਹਾਂ। ਜੇ ਮੈਂ ਇਹਦੇ 'ਚ ਵੀ ਇੱਕ ਲੈਟਰ ਪਾ ਸਕਦਾ ਲਿਖ ਕੇ ਵੀ ਉਹਦਾ ਐਕਸਪੀਰੀਅੰਸ ਕਿਵੇਂ ਆ, ਕਿਵੇਂ ਨਹੀਂ ਆ। ਫਿਰ ਆ ਗਿਆ ਐਜੂਕੇਸ਼ਨ ਵਾਲਾ। ਠੀਕ ਹੈ ਜੀ। ਹੁਣ ਐਜੂਕੇਸ਼ਨ ਵਾਲਾ ਉਹੀ ਆ ਵੀ ਮੈਨੂੰ ਕਲਾਇੰਟ ਇਨਫੋਰਮੇਸ਼ਨ 'ਚ ਨਹੀਂ ਪਾਉਣੀ ਪਈ। ਉਹਦੇ 'ਚ ਮੈਂ ਹੋਰ ਚੀਜ਼ਾਂ ਹੀ ਪਾਈਆਂ। ਐਜੂਕੇਸ਼ਨ ਦੀਆਂ ਡਿਗਰੀਆਂ ਮੈਂ ਇੱਥੇ ਲਾਈਆਂ। ਫਿਰ ਇਹ ਚਲੋ ਇਹਦੇ 'ਚ ਬਾਹਲੀ ਜ਼ਰੂਰੀ ਨਹੀਂ ਹੁੰਦੀ ਜੇ ਆਪਾਂ ਸਪਾਊਸਲ ਓਪਨ ਵਰਕ ਪਰਮਿਟ ਦੀ ਗੱਲ ਕਰੀਏ। ਫਿਰ ਆ ਗਿਆ ਜੀ ਇੰਪਲੋਇਮੈਂਟ ਕੌਂਟਰੈਕਟ। ਹੁਣ ਉਹਦੇ ਜਿੰਨੇ ਜੋਬ ਦੇ ਕੋਈ ਕੌਂਟਰੈਕਟ ਹੋਏ ਆ, ਜੋ ਵੀ ਚੀਜ਼ ਸੀ, ਮੈਂ ਉਹ ਇਹਦੇ 'ਚ ਭੇਜ ਸਕਦਾ। ਇੰਪਲੋਇਮੈਂਟ ਰੈਫਰੈਂਸ ਲੈਟਰ, ਫਿਰ ਅੱਗੇ ਇੰਪਲੋਇਮੈਂਟ ਦਾ ਉਹਨੂੰ ਕੋਈ ਰੈਫਰੈਂਸ ਲੈਟਰ ਦਿੱਤੇ ਆ, ਪੇ ਸਟੱਬਸ ਦਿੱਤੀਆਂ ਨੇ, ਜੋ ਵੀ ਉਹ ਬੰਦੇ ਦਾ ਮੇਰੇ ਕੋਲ ਹੈਗਾ ਉਹ ਮੈਂ ਇਹਦੇ 'ਚ ਵੀ ਪਾ ਸਕਦਾ। ਇਹਦੇ 'ਚ ਮੈਂ ਹੋਰ ਐਕਸਟਰਾ ਲਿਖ ਕੇ ਵੀ ਪਾ ਸਕਦਾ। ਜ਼ਰੂਰੀ ਨਹੀਂ ਵੀ ਜੋ ਟਾਈਟਲ ਆ ਉਹੀ ਜਾਊਗਾ। ਮੈਂ ਅੱਗੇ ਇਹ ਸਪੇਸ ਨੂੰ 4 MB ਨੂੰ ਮੈਂ ਹੋਰ ਚੀਜ਼ਾਂ ਵਾਸਤੇ ਵੀ ਵਰਤ ਸਕਦਾ। ਠੀਕ ਹੈ ਜੀ। ਇਹ ਵੀ ਚਲੋ ਆਪਾਂ ਅੱਗੇ ਛੱਡ ਦਿੰਦੇ ਹਾਂ। ਫਿਰ ਆ ਗਿਆ ਜੀ ਇਨਵੀਟੇਸ਼ਨ ਲੈਟਰ। ਹੁਣ ਇਨਵੀਟੇਸ਼ਨ ਲੈਟਰ ਦੇ ਵਿੱਚ ਫਿਰ 4 MB ਮੈਨੂੰ ਹੋਰ ਮਿਲ ਗਈ। ਠੀਕ ਹੈ ਜੀ। ਇਹਦੇ 'ਚ ਤੁਸੀਂ ਜਿੰਨਾ ਕੁਛ ਹੈ ਪਾ ਸਕਦੇ ਹਾਂ। ਫਿਰ ਲੈਟਰ ਫਰੋਮ ਕਰੰਟ ਇੰਪਲਾਇਰ ਫਿਰ ਆ ਗਈ। ਇਹਦੇ 'ਚ ਫਿਰ ਤੁਸੀਂ ਇੰਪਲੋਇਮੈਂਟ ਦੇ ਪਾ ਸਕਦੇ ਹੋ। ਤੇ ਮੈਂ ਜਿਵੇਂ ਕਿਹਾ ਵੀ ਇਹਦੇ 'ਚ ਇੰਪਲੋਇਮੈਂਟ ਤੋਂ ਬਿਨਾਂ ਮੈਂ ਹੋਰ ਵੀ ਪਾ ਸਕਦਾ। ਅੱਛਾ, ਫਿਰ ਉਹ ਤੋਂ ਅੱਗੇ ਆਹ ਜਿਹੜੀ ਮੇਨ ਰਿਪਰੈਜ਼ੈਂਟੇਟਿਵ ਦਾ ਸਬਮਿਸ਼ਨ ਲੈਟਰ। ਹੁਣ ਇਹ ਸਬਮਿਸ਼ਨ ਲੈਟਰ ਦੀ ਆਪਸ਼ਨ ਤੁਹਾਨੂੰ GC ਕੀ 'ਚ ਕਦੇ ਨਹੀਂ ਮਿਲੂਗੀ, ਤੇ ਨਾ ਹੀ ਕੋਈ ਤੁਹਾਡੇ ਵਾਸਤੇ ਸਬਮਿਸ਼ਨ ਲੈਟਰ ਲਿਖ ਸਕਦਾ। ਉਹੀ ਮੈਂ ਜਿਵੇਂ ਕਿਹਾ, ਉਹ ਬੰਦੇ ਕੁਛ ਵੀ ਨਹੀਂ ਹੈਗੇ। ਦੇ ਆਰ ਨਥਿੰਗ, ਜ਼ੀਰੋ। ਉਹ ਸਿਰਫ ਇਹ ਕਹਿ ਕੇ ਫਾਈਲ ਲਾਉਂਦੇ ਆ ਵੀ ਤੁਸੀਂ ਫਾਈਲ ਲਾਈ ਆ, ਤੁਹਾਡਾ ਮਤਲਬ ਇਹੀ ਕਲਾਇੰਟ ਇਨਫੋਰਮੇਸ਼ਨ 'ਚ ਜਿੰਨਾ 'ਚ ਲਿਖਿਆ ਹੋਇਆ ਲਿਖਤਾ। ਬਟ ਮੈਂ ਇੱਥੇ ਮਤਲਬ ਉਹੀ ਆ, ਫੇਰ ਦੁਬਾਰੇ ਮੈਂ ਦੱਸਦਾ ਮੈਂ ਫਲਾਣਾ ਬੰਦਾ, ਮੈਂ ਆਥੋਰਾਈਜ਼ਡ ਹਾਂ, ਮੇਰਾ ਨੰਬਰ ਆ, ਤੇ ਮੈਂ ਇੱਥੇ ਤੁਹਾਨੂੰ ਆਹ ਚੀਜ਼ਾਂ ਐਡਵਾਈਸ ਕਰਦਾ।
ਬੇਨਤੀ ਨਹੀਂ ਕਰਦਾ, ਮੈਂ ਐਡਵਾਈਸ ਕਰਦਾ ਵੀ ਆਹ ਫੈਕਟ ਨੇ ਇਸ ਕੇਸ ਦੇ, ਤੇ ਇਹ ਕੰਸੀਡਰ ਹੋਣੇ ਚਾਹੀਦੇ ਨੇ। ਜਦ ਆਫਿਸਰ ਇਹ ਪੜ੍ਹਦਾ ਤਾਂ ਉਹਨੂੰ ਪਤਾ ਵੀ ਇਹ ਇੱਕ ਆਥੋਰਾਈਜ਼ਡ ਕੰਸਲਟੈਂਟ ਨੇ, ਆਥੋਰਾਈਜ਼ਡ ਬੰਦੇ ਨੇ ਇਹ ਲੈਟਰ ਲਿਖੀ ਆ, ਉਹ ਫੈਕਟ ਪੜ੍ਹਦਾ, ਉਹ ਫੈਕਟ ਉਹ ਇਗਨੋਰ ਨਹੀਂ ਕਰ ਸਕਦਾ। ਰੀਜ਼ਨ ਬੀਇੰਗ, ਜੇ ਉਹਨਾਂ 'ਚ ਉਹ ਫੈਕਟ ਇਗਨੋਰ ਕਰੂਗਾ ਤਾਂ ਉਹਨੂੰ ਪਤਾ ਵੀ ਇਹ ਕੱਲ ਨੂੰ ਕੋਰਟ ਜਾਣ ਵਾਸਤੇ ਤਿਆਰ ਬੈਠੇ ਨੇ। ਠੀਕ ਹੈ ਜੀ। ਸੋ ਦੇਖੋ ਵੀ ਜੇ ਆਪਾਂ 4-4 ਦੇ ਹਿਸਾਬ ਦੇਖੀਏ ਵੀ ਇਹ ਪਹਿਲੇ ਖਾਨੇ ਦੇ ਵਿੱਚ ਹੀ ਵੀ 1 2 3 4 5 6 7 ਤੇ 8, ਮਤਲਬ ਮੈਂ ਸਿਰਫ 8 ਖਾਨੇ ਵਰਤੇ ਆ, ਤਾਂ 8 ਚੌਕੇ 32 MB ਦਾ ਇੱਥੇ ਭੇਜਤਾ ਆਪਾਂ। ਠੀਕ ਹੈ ਜੀ। ਹਾਂਜੀ ਪੁਲਿਸ ਸਰਟੀਫਿਕੇਟ ਅੱਡ ਲਾਇਆ ਆਪਾਂ, ਫਰੰਟ ਮੈਡੀਕਲ ਅੱਡ ਲਾਇਆ ਆਪਾਂ, ਫੈਮਿਲੀ ਇਨਫੋਰਮੇਸ਼ਨ ਵਾਲਾ ਫਾਰਮ ਅੱਡ ਲਾਤਾ। ਅੱਛਾ, ਉਹ ਤੋਂ ਬਾਅਦ ਇਹ ਆਪਣਾ ਆਹ 52-57 ਵੀ ਇੱਥੇ ਲੱਗ ਗਿਆ। ਅੱਛਾ, ਆਹ ਸਾਰੇ ਫਾਰਮ ਅਜੇ ਅੱਡ ਪਏ ਆ। ਹੁਣ ਬਰਥ ਹਾਂਜੀ ਸਰਟੀਫਿਕੇਟ ਵਾਲਾ ਉਰੇ ਅੱਡ ਪਿਆ। ਹੁਣ ਬਰਥ ਸਰਟੀਫਿਕੇਟ 'ਚ ਤੁਸੀਂ ਹੋਰ ਵੀ ਅੱਗੇ ਚੀਜ਼ਾਂ ਲਿਖ ਸਕਦੇ ਹੋ। ਫੈਮਿਲੀ ਮੈਂਬਰ ਆਫ ਪ੍ਰੂਫ ਆਫ ਸਟੇਟਸ, ਹੁਣ ਇਹਦੇ 'ਚ ਕੀ ਆ ਵੀ ਇੱਥੇ ਜਿਹੜਾ ਬੰਦਾ ਇਨਵਾਈਟੀ ਆ ਉਹਦੇ ਹੋਰ ਜਿੰਨੇ ਮਰਜ਼ੀ ਪ੍ਰੂਫ, ਉਹਦੀਆਂ ਪੇ ਸਟਬਸ, ਜਿੰਨਾ ਉਹਦੇ ਟੈਕਸ ਪੇਪਰ, ਮੈਂ ਕਿਹਾ ਵੀ ਤੁਸੀਂ ਵੀ ਚਲੋ ਆਪਾਂ 32 ਦੇ ਵਿੱਚ 3 ਹੋਰ ਜੋੜ ਲੈਂਦੇ ਹਾਂ। ਠੀਕ ਹੈ ਜੀ। 35 ਆਪਾਂ ਇੱਥੇ ਪਾਤਾ, ਤੇ 35 MB ਦਾ ਮਤਲਬ ਇਹ ਉਹ ਹੋ ਗਿਆ ਜਿਹੜਾ ਮਤਲਬ ਵੀ ਮੈਂ ਕਹਿ ਲਓ ਵੀ ਅਜੇ ਬਾਕੀ ਖਾਨੇ ਛੱਡ ਕੇ ਉਹ ਕੀਤਾ। ਇਨ ਕੇਸ ਲੋੜ ਪਵੇ ਮੈਂ ਕਿਸੇ ਵੀ ਖਾਨੇ 'ਚ ਕੁਛ ਵੀ ਪਾ ਕੇ 4 MB ਉਹਦੇ 'ਚ ਐਕਸਪਲੇਨੇਸ਼ਨ ਲਿਖ ਕੇ ਹਰ ਖਾਨੇ 'ਚ ਪਾ ਸਕਦਾ। ਹੁਣ ਇੰਨੀ ਸਪੇਸ ਜਿਹੜੀ ਇਹ ਹੈਗੀ ਆ, ਇਹ ਮੈਂ ਅੱਜ ਤੱਕ ਕਦੇ ਵੀ ਕਿਸੇ ਦੀ ਵਾਸਤੇ ਵੀ ਵਰਤੀ ਨਹੀਂ ਹੈਗੀ। ਓਕੇ ਜੀ। ਲੋੜ ਹੀ ਨਹੀਂ ਪਈ, ਹੂੰ ਕਿਉਂਕਿ ਆਪਣੇ ਕੋਲੇ ਜਿੰਨਾ ਵੀ ਸਮਾਨ ਹੁੰਦਾ ਆ ਜਾਂ ਜਿਵੇਂ ਆਪਾਂ ਉਹਨੂੰ ਆਰਗੇਨਾਈਜ਼ ਕਰਦੇ ਆ, ਉਹ ਇਹਦੇ ਤੋਂ ਬਹੁਤ ਘੱਟ ਦੇ ਵਿੱਚ ਚੱਲ ਜਾਂਦਾ ਆ। ਸੋ ਬੇਸਿਕਲੀ ਇਹ ਤੁਹਾਨੂੰ GC ਕੀ ਦੇ ਵਿੱਚ ਨਹੀਂ ਮਿਲੂਗਾ। ਹਾਂ, ਇਹ ਚੀਜ਼ ਕਾਫੀ ਉਹਨਾਂ ਦੇ ਵਿੱਚ ਕਹਿ ਲਓ ਵੀ ਲੈਸ ਇੰਪੋਰਟੈਂਟ ਆ, ਕਿਉਂਕਿ ਆਪਣੇ ਕੋਲੇ ਸਮਾਨ ਹੀ ਬਹੁਤ ਘੱਟ ਹੁੰਦਾ ਭੇਜਣ ਵਾਸਤੇ। ਬਟ ਜਿਹੜੀਆਂ ਸਪੈਸ਼ਲੀ ਇੰਡੀਆ ਤੋਂ ਫਾਈਲਾਂ ਲੱਗਦੀਆਂ, ਭਾਵੇਂ ਉਹ ਵਿਜ਼ਟਰ ਦੀ ਹੋਵੇ, ਭਾਵੇਂ ਸਪਾਊਜ਼ਲ ਓਪਨ ਵਰਕ ਪਰਮਿਟ ਦੀ ਹੋਵੇ, ਭਾਵੇਂ LMIA ਬੇਸਡ ਵਰਕ ਪਰਮਿਟ ਦੀ ਹੋਵੇ, ਉਹਦੇ 'ਚ ਬਹੁਤ ਕੰਮ ਆਉਂਦਾ, ਤੇ ਉਹ GC ਕੀ 'ਚ ਤੁਹਾਨੂੰ ਕਿਤੇ ਨਹੀਂ ਮਿਲੂਗਾ। ਤੇ ਉਹ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਤੋਂ ਬਿਨਾਂ ਕਿਸੇ ਕੋਲੇ ਮਿਲ ਹੀ ਨਹੀਂ ਸਕਦਾ, ਕਿਉਂਕਿ ਉਹ ਇਸ ਤਰੀਕੇ ਇਹ ਸਿਰਫ APR ਦੇ ਵਿੱਚ ਹੀ ਆਉਂਦਾ। ਇਹਦੇ ਵਾਸਤੇ ਲਾਇਸੈਂਸ ਹੈਗਾ ਜਿਹੜਾ ਉਹ ਜ਼ਰੂਰੀ ਹੈ ਜੀ। ਭਾਈ ਜੀ, ਇੱਕ ਸਵਾਲ ਇੱਥੇ ਆ ਗਿਆ ਕਿ ਸਾਡੀਆਂ ਭੈਣਾਂ ਜਿਹੜੀਆਂ ਇੱਥੇ ਜਾਂ ਪਰਿਵਾਰ ਇੱਥੇ ਆ ਜਾਂਦੇ, ਉਹਨਾਂ ਨੂੰ ਵੀ ਨਹੀਂ ਸਮਝ ਆਉਂਦੀ ਕਿ ਅਸੀਂ ਆਥੋਰਾਈਜ਼ ਪਰਸਨ ਕੋਲੇ ਜਾਣਾ ਜਾਂ ਅਸੀਂ GCK ਵਾਲੇ ਕੋਲੇ ਜਾਣਾ। ਜੇ ਅਸੀਂ ਉਹਨਾਂ ਨੂੰ ਸਮਝਾਉਣੇ ਆ ਤਾਂ ਬਾਈ ਜੀ ਉਹ ਅੱਗੋਂ ਕਹਿੰਦੇ ਕਿ ਸਾਡੇ ਤਾਂ ਪੈਸੇ ਥੋੜੇ ਲੱਗਦੇ ਆ। ਫਿਰ ਉਹ ਸਵਾਲ ਉਹਨਾਂ ਦਾ ਹੁੰਦਾ ਵੀ ਫਲਾਣੇ ਬੰਦੇ ਨੇ 150 ਫੋਟੋ ਲਾਤੀ ਆ ਜੀ, 4 MB ਦੇ ਵਿੱਚ ਤੁਸੀਂ 2 ਫੋਲਡਰ ਮਿਲਦੇ ਆ GCK ਦੇ, ਪ੍ਰੂਫ ਆਫ ਰਿਲੇਸ਼ਨਸ਼ਿਪ ਤੇ ਕਲਾਇੰਟ ਇਨਫੋਰਮੇਸ਼ਨਸ। ਠੀਕ ਹੈ। ਹੁਣ ਇਹਨਾਂ ਨੇ ਸਵਾਲ ਥੱਲੇ ਇਹ ਵੀ ਪੁੱਛਣਾ ਕਿ ਫਾਈਲਾਂ ਤਾਂ ਉਹਨਾਂ ਦੀਆਂ ਵੀ ਅਪਰੂਵਡ ਹੁੰਦੀਆਂ। ਉਹ ਗੱਲ ਆ ਕਿ ਤੁੱਕਾ ਲੱਗ ਗਿਆ। ਠੀਕ ਆ ਜੀ। ਦੇਖੋ, ਬੇਸਿਕਲੀ ਫਾਈਲ ਆ ਜਿਹੜੀ ਉਹ ਮੈਰਿਟ ਤੇ ਅਪਰੂਵ ਹੋਣੀ ਆ। ਫਾਈਲਾਂ ਕੁਛ ਕੇਸ ਇਹੋ ਜਿਹੇ ਹੁੰਦੇ ਨੇ, ਮਤਲਬ ਵੀ ਉਹ ਤੁਹਾਡੇ ਕੋਲੇ ਬੰਦਾ ਆਇਆ, ਉਹਦੀ ਮੈਰਿਟ ਹੀ ਐਡੀ ਵਧੀਆ, ਉਹਦੇ ਕਾਗਜ਼ ਪੱਤਰ ਐਡੇ ਵਧੀਆ ਨੇ। ਕਿਉਂਕਿ ਜਿਹੜਾ ਕੈਨੇਡਾ ਦੇਖੋ ਬਹੁਤ ਟਰਾਂਸਪੇਰੈਂਟ ਆ ਇਸ ਕੰਮ ਦੇ ਵਿੱਚ। ਗਲਤ ਫਾਇਦਾ ਪੰਜਾਬ ਵਾਲੇ ਜਿਹੜੇ ਮਤਲਬ ਜਾਲੀ ਏਜੰਟ ਨੇ ਉਹ ਚੱਕਦੇ ਨੇ। ਉਹਨਾਂ ਨੇ GCK ਦੀ ਸਹੂਲਤ ਦਿੱਤੀ ਕਿਉਂ ਆ? ਉਹਨਾਂ ਨੇ GCK ਦੀ ਸਹੂਲਤ ਸਿਰਫ ਤੇ ਸਿਰਫ ਇਸ ਕਰਕੇ ਦਿੱਤੀ ਆ ਵੀ ਉਹ ਲੋਕਾਂ ਨੂੰ ਕਹਿੰਦੇ ਆ, ਕੈਨੇਡਾ ਇਹ ਕਹਿੰਦਾ ਵੀ ਤੁਹਾਨੂੰ ਜੇ ਤੁਸੀਂ ਆਪ ਫਾਈਲ ਲਾ ਸਕਦੇ ਹੋ ਤਾਂ ਤੁਸੀਂ ਇਹਦੇ ਵਿੱਚ ਫਾਈਲ ਲਾ ਲਓ, ਤੇ ਤੁਹਾਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਹੈਗੀ। ਇਹ ਤੁਹਾਨੂੰ ਇੱਕ ਸਹੂਲਤ ਅਸੀਂ ਦੇਤੀ। ਉਹ ਸਹੂਲਤ ਕਿਸੇ ਵੀ ਏਜੰਟ ਵਾਸਤੇ ਨਹੀਂ ਹੈਗੀ। ਤੇ ਉਹਦੇ 'ਚ ਉਹਨਾਂ ਨੇ ਓਨਾ ਕੀ ਥਾਂ ਦਿੱਤਾ ਜਿੰਨਾ ਕਿ ਇੱਕ ਆਮ ਬੰਦਾ, ਆਮ ਸਮਝ ਵਾਲਾ ਬੰਦਾ ਉਹਦੇ 'ਚ ਚੀਜ਼ਾਂ ਭੇਜ ਸਕਦਾ। ਠੀਕ ਹੈ ਜੀ। ਜਿਹੜਾ ਹੁਣ ਸਿੱਧਾ ਸਿੰਪਲ ਸਟ੍ਰੇਟ ਫਾਰਵਰਡ ਕੇਸ ਆ, ਉਹਦੇ ਵਾਸਤੇ ਉਹ ਕਹਿ ਲਓ ਵੀ ਠੀਕ ਆ। ਪਰ ਜੇ ਤੁਹਾਡਾ ਕੇਸ ਕੰਪਲੀਕੇਟਡ ਆ, ਬਹੁਤ ਵਾਰੀ ਰਿਫਿਊਜ਼ ਹੋਇਆ, ਤੁਹਾਡੇ ਕੇਸ ਦੇ ਵਿੱਚ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਬਹੁਤ ਡੂੰਘਾਈ 'ਚ ਐਕਸਪਲੇਨ ਕਰਨੀਆਂ ਪੈਣਗੀਆਂ, GCK ਉਹਦੇ ਵਾਸਤੇ ਇਨਫ ਨਹੀਂ ਹੈਗੀ। ਉਹਦੇ ਵਾਸਤੇ ਤਾਂ ਹੀ ਉਹਨਾਂ ਨੇ ਇੱਥੇ ਆਪਾਂ ਨੂੰ ਇੰਨੀ ਜਗ੍ਹਾ ਦਿੱਤੀ ਆ। ਠੀਕ ਹੈ ਜੀ। ਸੋ ਜਗ੍ਹਾ ਮਤਲਬ ਕਹਿ ਲਓ ਵੀ ਉਹ ਥਾਂ ਦੇਣੀ ਇੱਕ ਥਾਂ ਇੱਕ ਗੱਲ ਹੋ ਗਈ, ਬਟ ਨਾਲ ਹੀ ਫਿਰ ਆਪਾਂ ਉਹੀ ਲੀਗੈਲਿਟੀ ਦੀ ਗੱਲ ਕਰਦੇ ਹਾਂ ਵੀ ਬੇਸਿਕਲੀ ਉਹਨਾਂ ਨੇ ਇਹ ਹਰੇਕ ਨੂੰ ਕਿਉਂ ਨਹੀਂ ਦਿੱਤੀ। ਇਹ ਸਿਰਫ ਲਾਇਸੈਂਸ ਬੰਦਿਆਂ ਨੂੰ ਇਸ ਕਰਕੇ ਦਿੱਤੀ ਆ ਬਿਕੋਜ਼ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਸਪੈਸੀਫਿਕ ਨੇ, ਉਹ ਤੁਸੀਂ ਉਸ ਤਰੀਕੇ ਵਰਤ ਸਕਦੇ ਹੋ। ਇਹਦੇ 'ਚ ਹੋਰ ਵੀ ਅੱਗੇ ਪਿੱਛੇ ਆਪਸ਼ਨਸ ਹੁੰਦੀਆਂ ਵੀ ਜਿਹੜੀਆਂ ਚਲੋ ਬਿਯੋਂਡ ਉਹ ਨੇ, ਵੀ ਆਪਾਂ ਕਿਸੇ ਨੂੰ ਐਕਸਪਲੇਨ ਕਰਕੇ ਉਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ, ਬਟ ਵੀ ਆਪਾਂ ਵਰਤ ਸਕਦੇ ਹਾਂ ਐਜ਼ ਆਥੋਰਾਈਜ਼ਡ ਜਿਹੜੇ ਕੰਸਲਟੈਂਟ ਨੇ, ਰਿਪਰੈਜ਼ੈਂਟੇਟਿਵ ਨੇ, ਏਜੰਟ ਨੇ। ਸੋ ਬੇਸਿਕਲੀ ਇਹ ਵੱਡਾ ਫਰਕ ਆ।
ਤੇ ਦੂਜਾ ਇਹ ਆ ਵੀ ਹਾਂ ਉਹ ਜਿਹੜੇ ਮੈਂ ਬਾਕੀਆਂ ਦਾ ਜਵਾਬ ਇੱਥੇ ਹੀ ਦੇ ਦਿੰਦਾ ਵੀ ਜਿਹੜੇ ਵੀਡੀਓ ਦੇਖਣਗੇ ਵੀ ਜਿਹੜੇ ਆਪਾਂ ਫਾਈਲ ਲੱਗੀ ਤੋਂ ਬਾਅਦ ਕਈ ਵਾਰੀ ਪੁੱਛਦੇ ਆ ਵੀ ਅੱਛਾ ਇਹ ਸਾਨੂੰ ਨਹੀਂ ਜੀ ਮਿਲਦਾ, ਅਸੀਂ ਨਹੀਂ ਚੈੱਕ ਕਰ ਸਕਦੇ। ਸੋ ਬੇਸਿਕਲੀ ਹਾਂਜੀ ਵੀ ਇਹ ਕਿਉਂਕਿ ਮੇਰੇ ਕੋਲ ਇੱਕੋ ਹੀ GC ਕੀ ਆ, ਉਹਦੇ 'ਚ ਹੀ ਸਭ ਦੀਆਂ ਫਾਈਲਾਂ ਪਈਆਂ, ਤਾਂ ਮੈਂ GC ਕੀ ਨਹੀਂ ਦੇ ਸਕਦਾ।